ਸਤਿ ਸ਼੍ਰੀ ਅਕਾਲ, ਸਵਾਗਤ ਹੈ ਤੁਹਾਡੇ ਸਾਰਿਆਂ ਦਾ NRI ਵਰਲਡ ਦੀ ਅੱਜ ਦੀ ਇਸ ਖਾਸ ਪੇਸ਼ਕਸ਼ ਦੇ ਵਿੱਚ। ਟੋਰਾਂਟੋ ਤੋਂ ਮੈਂ ਹਾਂ ਜਸਲੀਨ ਕੌਰ। ਸ਼ੁਰੂਆਤ ਕਰਦੇ ਹਾਂ ਅੱਜ ਦੇ ਐਪੀਸੋਡ ਦੀ। ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਵਿੱਚ ਬੀਤੇ ਦਿਨੀ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ 23 ਸਾਲਾ ਕੌਮਾਂਤਰੀ ਵਿਦਿਆਰਥੀ ਪ੍ਰਭਜੋਤ ਸਿੰਘ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਸਾਊਥ ਏਸ਼ੀਅਨ ਕਮਿਊਨਿਟੀ ਵੱਲੋਂ ਇਸ ਘਟਨਾ ਨੂੰ ਨਸਲੀ ਹਿੰਸਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਨੋਵਾ ਸਕੋਸ਼ੀਆ ਦੀ ਕਮਿਊਨਿਟੀ ਨੇ ਪ੍ਰਭਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਲਾਈਟ ਵਿਜਿਲ ਆਯੋਜਿਤ ਕੀਤੀ। ਬੀਤੀ 5 ਸਤੰਬਰ ਨੂੰ ਕੈਨੇਡਾ ਦੇ ਸੂਬੇ ਨੋਵਾ ਸਕੋਸ਼ੀਆ ਦੇ ਵਿੱਚ ਕੁਝ ਵਿਅਕਤੀਆਂ ਵੱਲੋਂ ਪ੍ਰਭਜੋਤ ਸਿੰਘ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਸੀ। ਪ੍ਰਭਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਅਤੇ ਇਨਸਾਫ ਦੀ ਮੰਗ ਲਈ ਨੋਵਾ ਸਕੋਸ਼ੀਆ ਦੀ ਕਮਿਊਨਿਟੀ ਵੱਲੋਂ ਕੈਂਡਲ ਲਾਈਟ ਵਿਜਿਲ ਕੱਢੀ ਗਈ। ਪ੍ਰਭਜੋਤ ਸਿੰਘ ਸਿਰਫ 23 ਸਾਲਾਂ ਦਾ ਸੀ ਅਤੇ 2017 ਦੇ ਵਿੱਚ ਆਪਣੀ ਪੜ੍ਹਾਈ ਪੂਰੀ ਕਰਨ ਲਈ ਕੈਨੇਡਾ ਆਇਆ ਸੀ। Justice for Prabhjot Singh. Justice for Prabhjot Singh. ਟਰੂਰੋ ਪੁਲਿਸ ਸਰਵਿਸ ਨੇ 5 ਸਤੰਬਰ ਨੂੰ ਸਵੇਰੇ 2 ਵਜੇ 494 ਰੋਬੀ ਸਟਰੀਟ ਦੀ ਕਾਲ ਅਟੈਂਡ ਕੀਤੀ ਸੀ, ਜਿੱਥੇ ਅਧਿਕਾਰੀਆਂ ਨੇ ਪ੍ਰਭਜੋਤ ਸਿੰਘ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਪਾਇਆ। ਪ੍ਰਭਜੋਤ ਨੂੰ ਤੁਰੰਤ ਕੋਲਚੈਸਟਰ ਹਸਪੀਟਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। This is not the Nova Scotia we know. Yes. And I believe we don't have something similar happening again. Not just for any Indian, not just for an immigrant, not for anybody. Death is very painful. I live by myself. We live away from our families. I know my friends who are doing 2, 3 or even 4 jobs in a week. Yeah. Just so that they can make the ends meet. It's not a crime to come back home late from work. He just chose to come home after work, and this was not something he deserved. My question, which I want everybody, each one of you to contemplate before you sleep tonight. If today it was him, tomorrow it can be any of us, irrespective of who we are, how we look like and where we come from. Yeah. ਪੁਲਿਸ ਵੱਲੋਂ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਬਿਨਾਂ ਕਿਸੇ ਚਾਰਜਿਸ ਤੋਂ ਰਿਹਾ ਕਰ ਦਿੱਤਾ ਗਿਆ। ਪ੍ਰਭਜੋਤ ਸਿੰਘ ਆਪਣੇ ਪਰਿਵਾਰ ਨੂੰ ਸਹਿਯੋਗ ਦੇਣ ਲਈ 2 ਥਾਵਾਂ ਤੇ ਨੌਕਰੀਆਂ ਕਰ ਰਿਹਾ ਸੀ। ਪਰਿਵਾਰ ਨੂੰ ਪਾਲਣ ਵਾਲਾ ਇਕਲੌਤਾ ਮੈਂਬਰ ਸੀ ਅਤੇ ਉਸ ਦੀ ਕਮਾਈ ਨਾਲ ਹੀ ਉਸ ਦਾ ਘਰ ਚੱਲਦਾ ਸੀ। ਪ੍ਰਭਜੋਤ ਸਿੰਘ ਕੈਨੇਡਾ ਵਿੱਚ ਆਪਣੀ ਭੈਣ ਦੇ ਨਾਲ ਰਹਿ ਰਿਹਾ ਸੀ। ਪ੍ਰਭਜੋਤ ਸਿੰਘ ਦੇ ਪਰਿਵਾਰਕ ਮੈਂਬਰਾਂ ਅਤੇ ਦੋਸਤਾਂ ਨੇ ਦੱਸਿਆ ਕਿ ਉਹ ਬਹੁਤ ਹੀ ਸ਼ਾਂਤ ਸੁਭਾਅ ਦਾ ਇਨਸਾਨ ਸੀ ਤੇ ਉਸਨੇ ਕਦੇ ਸ਼ਰਾਬ ਜਾਂ ਨਸ਼ਾ ਨਹੀਂ ਕੀਤਾ ਸੀ। ਓਟਵਾ ਸਥਿਤ ਹਾਈ ਕਮਿਸ਼ਨ ਆਫ ਇੰਡੀਆ ਵੱਲੋਂ ਇਸ ਘਟਨਾ ਉੱਤੇ ਦੁੱਖ ਪ੍ਰਗਟਾਉਂਦਿਆਂ ਕੈਨੇਡੀਅਨ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਭਾਰਤੀ ਨਾਗਰਿਕਾਂ, ਖਾਸ ਤੌਰ ਉੱਤੇ ਵਿਦਿਆਰਥੀਆਂ ਦੀ ਇਸ ਤਰ੍ਹਾਂ ਦੇ ਨਸਲੀ ਹਮਲਿਆਂ ਤੋਂ ਰੱਖਿਆ ਲਈ ਕਦਮ ਚੁੱਕੇ ਜਾਣ। ਪੁਲਿਸ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ, ਪਰ ਕਮਿਊਨਿਟੀ ਵੱਲੋਂ ਇਸ ਘਟਨਾ ਨੂੰ ਹੇਟ ਕ੍ਰਾਈਮ ਮੰਨਿਆ ਜਾ ਰਿਹਾ ਹੈ ਅਤੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਟਰੂਰੋ ਪੁਲਿਸ ਚੀਫ ਡੇਵਿਡ ਮੈਕਨੀਲ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਸਿੰਘ ਪਰਿਵਾਰ ਨੂੰ ਇਨਸਾਫ ਦਿਵਾ ਕੇ ਰਹਾਂਗੇ। ਨੋਵਾ ਸਕੋਸ਼ੀਆ ਤੋਂ ਬਾਅਦ ਬਰੈਂਪਟਨ ਦੇ ਵਿੱਚ ਵੀ ਸਾਊਥ ਏਸ਼ੀਅਨ ਕਮਿਊਨਿਟੀ ਨੇ ਪ੍ਰਭਜੋਤ ਸਿੰਘ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਲਾਈਟ ਵਿਜਿਲ ਆਯੋਜਿਤ ਕੀਤੀ ਅਤੇ ਇਸ ਦੇ ਨਾਲ ਹੀ ਪਰਿਵਾਰ ਲਈ ਇਨਸਾਫ ਦੀ ਮੰਗ ਵੀ ਕੀਤੀ।
ਪ੍ਰਭਜੋਤ ਸਿੰਘ ਦਾ ਕੋਲਡ ਬਲੱਡਡ ਮਰਡਰ ਹੋਇਆ ਵਾ। ਬਹੁਤ ਹੀ ਸ਼ੌਕ 'ਚ ਆ ਸਾਰੀ ਸਾਡੀ ਕਮਿਊਨਿਟੀ, ਬਹੁਤ ਹੀ ਦੁੱਖ 'ਚ ਆ ਸਾਡੀ ਸਾਰੀ ਕਮਿਊਨਿਟੀ। ਸਾਡੀ ਸਾਰੀ ਕਮਿਊਨਿਟੀ ਇਸ ਵੇਲੇ ਇਕੱਠੀ ਹੋਈ ਆ। ਅੱਜ ਅਸੀਂ ਬਰੈਂਪਟਨ ਸਿਟੀ ਹਾਲ ਵੀ ਇਕੱਠੇ ਹੋਏ ਆ ਤਾਂ ਕਿ ਉਹਨਾਂ ਦੇ ਪਰਿਵਾਰ ਨੂੰ, ਪ੍ਰਭਜੋਤ ਸਿੰਘ ਨੂੰ, ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਵੀ ਸਾਡੇ ਦਿਲ 'ਚ ਰੱਖੀਏ, ਆਪਣੀ ਦੁਆਵਾਂ 'ਚ ਰੱਖੀਏ, ਉਹਨਾਂ ਨੂੰ ਯਾਦ ਕਰੀਏ। ਪ੍ਰਭਜੋਤ ਸਿੰਘ ਬਹੁਤ ਹੀ ਚੰਗਾ ਮੁੰਡਾ ਸੀ। ਅੱਜ ਉਹਨਾਂ ਦੇ ਸਾਰੇ ਪਰਿਵਾਰਕ ਮੈਂਬਰਾਂ ਤੋਂ ਵੀ ਅਸੀਂ ਉਹਨਾਂ ਬਾਰੇ ਸੁਣਿਆ ਵਾ ਅਤੇ ਮੈਂ ਰਿਕੁਐਸਟ ਕਰਦਾ ਵਾਂ ਸਾਰੀ ਕਮਿਊਨਿਟੀ ਨੂੰ, ਜਿੰਨੇ ਵੀ ਇਹ ਲੋਕ ਦੇਖ ਰਹੇ ਨੇ, ਪਲੀਜ਼ ਆਪਣੀ ਦੁਆਵਾਂ 'ਚ ਉਹਨੂੰ ਰੱਖੋ। ਸਰਕਾਰ ਨੂੰ ਵੀ ਮੈਂ ਬੇਨਤੀ ਕਰਦਾ ਵਾਂ, ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਪਲੀਜ਼ ਧਿਆਨ ਰੱਖਣਾ ਚਾਹੀਦਾ। ਲਾਸਟ ਈਅਰ ਸੂਰਜਦੀਪ ਸਿੰਘ ਅਨਦਰ ਇੰਟਰਨੈਸ਼ਨਲ ਸਟੂਡੈਂਟ, ਉਹਦਾ ਵੀ ਕੋਲਡ ਬਲੱਡਡ ਮਰਡਰ ਹੋਇਆ ਸੀ ਅਤੇ ਉਸਦੇ ਜਿਹੜੇ ਉਹਨਾਂ ਦੇ ਜਿਹੜੇ ਸਸਪੈਕਟ ਸੀ ਜਿਨ੍ਹਾਂ ਨੂੰ ਫੜਿਆ ਗਿਆ ਸੀ, 1 ਜਾਂ 2 ਹਫ਼ਤੇ ਬਾਅਦ ਉਹਨਾਂ ਨੂੰ ਬੇਲ 'ਤੇ ਛੱਡ ਦਿੱਤਾ ਗਿਆ ਸੀ। ਇਹਨਾਂ 'ਤੇ ਸਟ੍ਰਿਕਟ ਐਕਸ਼ਨ ਲੈਣਾ ਚਾਹੀਦਾ ਵਾ। ਅੱਜ ਜਿਹੜਾ ਮਤਲਬ ਵਿਜਲ ਦੇ ਉੱਤੇ ਮੇਨ ਤਾਂ ਇਹੀ ਸਾਰਿਆਂ ਨੂੰ ਰਿਕੁਐਸਟ ਕੀਤੀ ਗਈ ਆ ਕਿ ਆਪਾਂ ਕੋਸ਼ਿਸ਼ਾਂ ਕਰੀਏ ਵੱਧ ਚੜ੍ਹ ਕੇ, ਚਾਹੇ ਸੋਸ਼ਲ ਮੀਡੀਆ ਜਾਂ ਚਾਹੇ ਅੱਜ ਆਪਾਂ ਕੈਂਡਲ ਲਾਈਟ ਵਿਜਲ 'ਤੇ ਆਪ ਵੀ ਪਹੁੰਚੇ ਹਾਂ ਤਾਂ ਕਿ ਉਸ ਵੀਰ ਨੂੰ ਇਨਸਾਫ ਮਿਲ ਸਕੇ। ਪਿਛਲੇ ਦਿਨੀ ਉਹਨੂੰ ਬੜੀ ਬੇਰਹਿਮੀ ਦੇ ਨਾਲ ਗਲਾ ਵੱਢ ਕੇ ਵੀਰ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਜਦੋਂ ਆਪਣੇ ਫਰੈਂਡਸ ਦੇ ਘਰੋਂ ਨਿਕਲ ਕੇ ਬਾਹਰ ਨੂੰ ਜਾ ਰਿਹਾ ਸੀਗਾ। ਅਤੇ ਇੱਦਾਂ ਨਹੀਂ, ਚਲੋ ਇਹ ਤਾਂ ਹੁਣ ਇਸ ਚੀਜ਼ ਨੂੰ ਕੋਈ ਵੀ ਹੁੰਦਾ ਸ਼ਾਇਦ ਉਹਦੇ ਨਾਲ ਇੱਦਾਂ ਹੀ ਹੋਣੀ ਸੀਗੀ। ਇੱਦਾਂ ਦੀ ਸਿਚੁਏਸ਼ਨ ਅਵੋਇਡ ਕਰਨੀ ਬਹੁਤ ਔਖੀ ਹੁੰਦੀ ਜਦੋਂ ਸਾਹਮਣੇ ਵਾਲੇ ਦਾ ਬਿਹੇਵੀਅਰ ਆ, ਜਿਵੇਂ ਕਿ ਇਸ ਕੇਸ ਦੇ ਵਿੱਚ ਮੋਸਟ ਲਾਈਕਲੀ ਇਹ ਰੇਸਿਸ ਅਟੈਕ ਹੀ ਲੱਗਦਾ, ਹੇਟ ਕ੍ਰਾਈਮ ਲੱਗਦਾ ਆ। ਇਹ ਸਿਚੁਏਸ਼ਨ ਅਵੋਇਡ ਕਰਨੀ ਤਾਂ ਔਖੀ ਆ, ਪਰ ਤਾਂ ਵੀ ਸਾਡੀ ਬੇਨਤੀ ਆ, ਸਾਡੇ ਮੇਰੇ ਜਿਹੜੇ ਵੀਰ ਭੈਣ ਬਾਕੀ ਰਿਮੋਟ ਏਰੀਆਜ਼ ਦੇ ਵਿੱਚ ਰਹਿੰਦੇ ਆ, ਉੱਥੇ ਪੜ੍ਹਨ ਆਏ ਆ ਜਾਂ ਫਿਰ ਇੱਥੋਂ ਇਹਨਾਂ ਕਾਲਜਾਂ ਦੇ ਵਿੱਚ ਪੜ੍ਹ ਕੇ ਜਿਹੜੇ ਉੱਧਰ ਨੂੰ ਚਲ ਜਾਂਦੇ ਨੇ PR ਦੀ ਖਾਤਰ, ਪਲੀਜ਼ ਆਪਣਾ ਖਿਆਲ ਰੱਖੋ। ਵੀਰ ਸਾਡੇ ਸਾਰਿਆਂ ਵਾਂਗੂ ਹੀ ਇਸ ਦੇਸ਼ ਦੇ ਵਿੱਚ ਚੰਗੇ ਆਪਣੇ ਸੁਪਨੇ ਲੈ ਕੇ ਆਇਆ ਸੀਗਾ ਕਿ ਅਸੀਂ ਚੰਗਾ ਜੀਵਨ ਬਤੀਤ ਕਰਾਂਗੇ ਜਾਂ ਮਾਂ ਪਿਓ ਨੂੰ ਸੁੱਖ ਦੇਵਾਂਗੇ ਅੱਗੇ। ਅਤੇ ਅਸੀਂ ਇਹ ਵੀਰ ਦਾ ਘਾਟਾ ਨਹੀਂ ਪੂਰਾ ਕਰ ਸਕਦੇ, ਪਰ ਥੋੜ੍ਹੀ ਜਿਹੀ ਮਾਇਆ ਦੇ ਨਾਲ ਅਸੀਂ ਹੈਲਪ ਕਰਨ ਦੀ ਪਰਿਵਾਰ ਲਈ ਉੱਥੇ ਨੋਵਾ ਸਕੋਸ਼ੀਆ ਵਾ ਕਿਸੇ ਵੀਰ ਵੱਲੋਂ ਇੱਕ GoFundMe ਪੇਜ ਸ਼ੁਰੂ ਕੀਤਾ ਗਿਆ ਆ। ਅਤੇ ਪਲੀਜ਼ ਗੂਗਲ ਕਰਕੇ ਜਾਂ ਫੇਸਬੁੱਕ 'ਤੇ ਜਾ ਕੇ ਆਪਾਂ ਲੱਭ ਕੇ ਅਤੇ ਉਹਨਾਂ ਦੇ ਪਲੀਜ਼ ਜਿੰਨੀ ਵੀ ਆਪਾਂ $10 $50 $100 ਜਿੰਨੀ ਆਪਾਂ ਸਰਦਾ ਬਣਦਾ ਉਨੀ ਕੁ ਆਪਾਂ ਡੋਨੇਸ਼ਨ ਕਰੀਏ। ਅਤੇ ਮੇਰੀ ਸਾਰਿਆਂ ਨੂੰ ਇੱਕ ਹੋਰ ਬੇਨਤੀ ਹੈ ਕਿ ਜਦੋਂ ਆਪਣੇ ਆਲੇ ਦੁਆਲੇ ਆਪਾਂ ਸਪੈਸ਼ਲੀ ਰਾਤ ਨੂੰ ਜਾਂ ਰਿਮੋਟ ਏਰੀਆਜ਼ ਦੇ ਵਿੱਚ ਹੁੰਦੇ ਆ ਨਾ, ਆਪਾਂ ਜਦੋਂ ਗੱਡੀਆਂ 'ਚ ਉਤਰਨਾ ਆ ਜਾਂ ਬੈਠੇ ਆ, ਆਪਣੀ ਸਰਾਊਂਡਿੰਗ ਜ਼ਰੂਰ ਦੇਖੋ, ਥੋੜ੍ਹਾ ਮਿਊਜ਼ਿਕ ਅਵੋਇਡ ਕਰੋ। ਅਤੇ ਜੇ ਆਪਾਂ ਪਾਰਕਸ ਦੇ ਵਿੱਚ ਵਾਕ ਕਰਦੇ ਹਾਂ ਜਾਂ ਕਿਤੇ ਵੀ ਇਕੱਲੇ ਤੁਰੇ ਜਾਂਦੇ ਹਾਂ, ਜਿਹੜੇ ਈਅਰਫੋਨਸ ਨੇ ਇਹਨਾਂ ਨੂੰ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਕਿ ਇਹ ਆਪਣਾ ਜਿਹੜਾ ਧਿਆਨ ਆ ਫੋਨ ਦੇ ਵਿੱਚ ਹੋ ਜਾਂਦਾ। ਸਾਨੂੰ ਆਪਣੇ ਆਲੇ ਦੁਆਲੇ ਨਹੀਂ ਪਤਾ ਲੱਗਦਾ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਅਤੇ ਥੋੜ੍ਹਾ ਆਪਾਂ ਨੂੰ ਅਲਰਟ ਰਹਿਣਾ ਚਾਹੀਦਾ ਆ, ਕਿਉਂਕਿ ਕ੍ਰਾਈਮ ਆਪਾਂ ਨੂੰ ਜਦੋਂ ਆਪਾਂ ਪੰਜਾਬ ਤੋਂ ਨਵੇਂ ਆਉਂਦੇ ਆ ਤਾਂ ਆਪਾਂ ਨੂੰ ਇੱਦਾਂ ਲੱਗਦਾ ਕਿ ਇੱਥੇ ਕ੍ਰਾਈਮ ਨਹੀਂ ਹੈਗਾ, ਬੜਾ ਵਧੀਆ ਕੰਟਰੀ ਆ, ਜੀਵਨ ਜੀਣ ਲਈ ਜਾਂ ਲਾਈਫ ਬਣਾਉਣ ਲਈ ਕੰਟਰੀ ਬਹੁਤ ਵਧੀਆ। ਪਰ ਹਾਂ, ਕ੍ਰਾਈਮ ਹਰ ਜਗ੍ਹਾ ਹੁੰਦਾ ਆ ਅਤੇ ਹਰ ਤਰੀਕੇ ਦਾ ਹੁੰਦਾ ਆ, ਅਤੇ ਉਹਨੂੰ ਆਪਾਂ ਖਤਮ ਤਾਂ ਨਹੀਂ ਕਰ ਸਕਦੇ, ਪਰ ਆਪਣੀ ਕਿਤੇ ਨਾ ਕਿਤੇ ਸਰਾਊਂਡਿੰਗ ਰੱਖ ਕੇ ਜਾਂ ਅਵੇਅਰਨੈਸ ਦੇ ਨਾਲ ਆਪਾਂ ਉਹਨੂੰ ਘਟਾ ਸਕਦੇ ਹਾਂ ਜਾਂ ਆਪਣਾ ਬਚਾਅ ਕਰ ਸਕਦੇ ਹਾਂ। ਕੋਈ ਵੀ ਕਿਸੇ ਵੀ ਮਿਨੋਰਿਟੀਜ਼ ਦੇ ਖਿਲਾਫ ਜੇ ਰੇਸਿਜ਼ਮ ਨਾਲ ਇਹ ਹੇਨਸ ਐਕਟ ਹੁੰਦਾ, ਵੀ ਸਟੈਂਡ ਸੋਲਿਡਰਿਟੀ, ਅਸੀਂ ਬਿਲਕੁਲ ਡਟ ਕੇ ਖੜੇ ਹਾਂ ਔਰ ਨਾਲ ਖੜੇ ਰਵਾਂਗੇ। I want to first start off by just sharing in the grief that a lot of us are feeling right now and acknowledging that what happened to Prabjot Singh is the definition of injustice. ਬਹੁਤ ਅਫਸੋਸ ਵਾਲੀ ਗੱਲ ਜੋ ਸਾਨੂੰ ਸੁਣਨ ਤੋਂ ਮਿਲ ਰਿਹਾ, ਐਂਡ ਆਪਾਂ ਚਾਹੁੰਦੇ ਆ ਕਿ ਆਪਾਂ ਅਵੇਅਰਨੈਸ ਰੇਜ਼ ਕਰੀਏ ਇਹਦੇ 'ਤੇ, ਖਾਸ ਕਰਕੇ ਸਾਡੇ ਸੋਸ਼ਲ ਮੀਡੀਆ 'ਤੇ। ਐਂਡ ਔਨ ਟਾਪ ਆਫ ਦੈਟ ਆਪਾਂ ਰੈਕਗਨਾਈਜ਼ ਕਰੀਏ ਜਿਹੜੀ ਰੇਸਿਜ਼ਮ ਇਹ ਸਿਰਫ ਸ਼ਬਦਾਂ ਦੀ ਨਹੀਂ ਹੈਗੀ, ਇਟਸ ਐਕਚੁਅਲੀ ਕਾਸਟ ਲਾਈਫ। ਪ੍ਰਭਜੋਤ ਸਿੰਘ ਲਈ ਸਸਕੈਚੁਅਨ ਦੇ ਵਿੱਚ ਵੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਕੈਂਡਲ ਲਾਈਟ ਵਿਜਲ ਆਯੋਜਿਤ ਕੀਤੀ ਅਤੇ ਨਸਲੀ ਹਿੰਸਾ ਦੇ ਖਿਲਾਫ ਆਵਾਜ਼ ਚੁੱਕੀ। ਪਰਿਵਾਰ ਨੂੰ ਹੌਸਲਾ ਦੇਣ ਲਈ ਇਕੱਠੇ ਹੋਏ ਆ
ਅਸੀਂ ਰੱਬ ਅੱਗੇ ਅਰਦਾਸ ਕਰਾਂਗੇ ਕਿ ਸਾਡੇ ਵੀਰ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਨਾਲ ਹੀ ਉਸ ਦੇ ਪਰਿਵਾਰ ਨੂੰ ਇਸ ਮੰਦਭਾਗੇ ਟਾਈਮ ਵਿੱਚ ਭਾਣਾ ਮੰਨਣ ਦਾ ਬਲ ਮਿਲੇ। ਸੋ ਨਾਲ ਹੀ ਇੱਕ ਹੋਰ ਚੀਜ਼ ਮੈਂ ਆਪਣੇ ਸਾਰੀ ਕਮਿਊਨਿਟੀ ਨੂੰ ਰਜਾਇਨਾ ਦੀ ਨੂੰ ਕਹਿਣਾ ਚਾਹੁੰਦਾ, ਅਸੀਂ ਜਿੰਨੇ ਵੀ ਵੀਰ ਭਰਾ ਭੈਣ ਆਏ ਆ ਉਹਨਾਂ ਦਾ ਧੰਨਵਾਦ ਕਰਦੇ ਹਾਂ ਕੀਮਤੀ ਸਮਾਂ ਕੱਢ ਕੇ। ਪਰ ਫਿਰ ਵੀ ਆਪਾਂ ਨੂੰ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਪਹੁੰਚਣਾ ਚਾਹੀਦਾ ਸੀ ਪਰ ਨਹੀਂ ਪਹੁੰਚੇ। ਅਸੀਂ ਫਿਰ ਵੀ ਬਹੁਤ ਰਿਕੁਐਸਟ ਕੀਤੀ ਸੀ ਪਰ ਅਸੀਂ ਆਸ ਕਰਦੇ ਹਾਂ ਅੱਗੇ ਤੋਂ ਜਦੋਂ ਵੀ ਕੋਈ ਵੀ ਇਨਸੀਡੈਂਟ ਹੈਪਨ ਹੁੰਦਾ ਵਾ ਤੇ ਆਪਾਂ ਨੂੰ ਇਕੱਠੇ ਹੋ ਕੇ ਉਸ ਚੀਜ਼ ਦਾ ਸਾਹਮਣਾ ਕਰਨਾ ਚਾਹੀਦਾ ਹੈ, ਕਿਉਂਕਿ ਜੇਕਰ ਇਹ ਅੱਗ ਨੋਵਾ ਸਕੋਸ਼ੀਆ ਵਿੱਚ ਲੱਗੀ ਆ ਤੇ ਕੱਲ੍ਹ ਨੂੰ ਇਹ ਰਜਾਈਨਾ ਵਿੱਚ ਵੀ ਲੱਗ ਸਕਦੀ ਹੈ। ਇਸ ਦਾ ਸੇਕ ਸਾਨੂੰ ਵੀ ਪੈ ਸਕਦਾ ਹੈ। ਸੋ ਆਈ ਐਮ ਜਸਟ ਰਿਕੁਐਸਟਿੰਗ ਕਿ ਸਾਰੇ ਅੱਗੇ ਤੋਂ ਵੱਧ ਚੜ੍ਹ ਕੇ ਪਹੁੰਚਿਆ ਕਰੋ ਤੇ ਇੱਥੇ ਇਕੱਠੇ ਹੋ ਕੇ ਜੇ ਕੋਈ ਵੀ ਮੁਸ਼ਕਿਲ ਆਉਂਦੀ ਆ ਤੇ ਉਹਦਾ ਸਾਹਮਣਾ ਕਰੀਏ। These crimes has to be stopped and government should take some actions against it, because if they don't stop these crimes at all, it's going to spread a lot, because the confidence of those crimes and who did that, they're going to increase more and more. It can happen to anybody in Canada, international students, doesn't matter which place you live, city you live, this can happen to anybody. ਇਹ ਜਿਹੜੇ ਇਨਸੀਡੈਂਟਸ ਹੋਏ ਨੇ ਇਹਦੇ ਵਿੱਚ ਹੇਟ ਕ੍ਰਾਈਮ ਲੱਗਦਾ ਜੀ ਇਨਵੋਲਵਡ ਆ, ਇਹਨਾਂ ਨੂੰ ਮਾਰਿਆ ਗਿਆ ਜੀ। ਇਹ ਉਹ ਬੱਚੇ ਸੀ ਜਿਹੜੇ ਆਪਣੇ ਮਾਂ-ਪਿਓ ਨੂੰ, ਆਪਣੇ ਘਰ ਪਰਿਵਾਰ ਨੂੰ ਪਿੱਛੇ ਛੱਡ ਕੇ ਮਿਹਨਤਾਂ ਕਰਕੇ ਪੜ੍ਹਾਈ ਕਰਕੇ ਆਪਣੇ ਮਾਂ-ਪਿਓ ਦੀ ਜਿਹੜੀ ਇੰਨੀ ਮਿਹਨਤ ਦੀ ਕਮਾਈ ਆ ਉਹਨਾਂ ਨੇ ਇਹਨਾਂ ਬੱਚਿਆਂ ਦੇ ਵਿੱਚ ਇਨਵੈਸਟ ਕੀਤੀ, ਜਿਨ੍ਹਾਂ ਨੂੰ ਇੱਥੇ ਭੇਜਿਆ ਪੜ੍ਹਨ ਵਾਸਤੇ। ਗਾਂ ਇਹ ਮਿਹਨਤ ਕਰ ਰਹੇ ਸਨ, ਨਾਲ ਕੰਮ ਕਰ ਰਹੇ ਸਨ ਤੇ ਸਿਰਫ ਮਤਲਬ ਕਿੰਨੀ ਛੋਟੀ ਸੋਚ ਹੋਏਗੀ ਉਹਨਾਂ ਦੀ ਲੋਕਾਂ ਦੀ ਜਿਨ੍ਹਾਂ ਨੇ ਇਹ ਕ੍ਰਾਈਮ ਕੀਤੇ ਨੇ। There are instances of hate in this country, particularly out east it has happened to be, but it's also in this province. And no child grows up and thinks about hate. This is an adult issue. So as you grow older, you become more hatred. So I'm here to show my support for everyone, and we got to figure out a way to stop this. Absolutely, right now. No more hate. ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਸਵਾਗਤ ਹੈ NRI ਵਰਲਡ ਦੇ ਵਿੱਚ। ਬ੍ਰਾਂਪਟਨ ਦੇ ਖਾਲਸਾ ਕਮਿਊਨਿਟੀ ਸਕੂਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਇਸ ਮੌਕੇ ਨਗਰ ਕੀਰਤਨ ਵੀ ਕੱਢਿਆ ਗਿਆ, ਜਿਸ ਦੀ ਸਾਰੀ ਸੇਵਾ ਬੱਚਿਆਂ ਅਤੇ ਸਟਾਫ ਵੱਲੋਂ ਕੀਤੀ ਗਈ। ਬ੍ਰੈਂਪਟਨ ਦੇ ਖਾਲਸਾ ਸਕੂਲ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਗਿਆ। ਸਕੂਲ ਦੀ ਬਿਲਡਿੰਗ ਦੇ ਆਲੇ ਦੁਆਲੇ ਕੱਢੇ ਗਏ ਨਗਰ ਕੀਰਤਨ ਦੇ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੇ ਭਾਗ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੌਰ ਸਾਹਿਬ ਅਤੇ ਛਤਰ ਦੀ ਸੇਵਾ ਵਿਦਿਆਰਥੀਆਂ ਵੱਲੋਂ ਨਿਭਾਈ ਗਈ। ਸਾਰੀਆਂ ਕਲਾਸਾਂ ਦੇ ਵਿੱਚ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਬਾਰੇ ਜਾਣਕਾਰੀ ਦਿੱਤੀ ਗਈ। ਅੱਜ ਅਸੀਂ ਖਾਲਸਾ ਕਮਿਊਨਿਟੀ ਸਕੂਲ ਵਿਖੇ ਬੱਚਿਆਂ ਦੇ ਸਹਿਯੋਗ ਦੇ ਨਾਲ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਦੇ ਪਹਿਲੇ ਪ੍ਰਕਾਸ਼ ਗੁਰਪੁਰਬ ਨੂੰ ਸੰਬੰਧਿਤ ਜੋ ਦਿਨ ਸੀ ਉਹ ਨਗਰ ਕੀਰਤਨ ਦੇ ਰੂਪ 'ਚ ਮਨਾਇਆ। ਕਿਉਂਕਿ ਜਦੋਂ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਪੰਚਮ ਪਾਤਸ਼ਾਹ ਨੇ ਸੰਪਾਦਨ ਕਰਨ ਤੋਂ ਬਾਅਦ ਜਿਹਦੇ ਵਿੱਚ 5 ਗੁਰੂ ਸਾਹਿਬਾਨ ਅਤੇ ਭਗਤਾਂ ਦੀ ਬਾਣੀ ਦਰਜ ਸੀ, ਇਸ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਥਾਪ ਕੇ ਜੋ ਇਹਨਾਂ ਦਾ ਪ੍ਰਕਾਸ਼ ਕੀਤਾ ਸੀ, ਉਹ ਸਤੰਬਰ 1604 ਦਾ ਦਿਹਾੜਾ ਸੀ ਅਤੇ ਉਸ ਸਮੇਂ 'ਤੇ ਇਸ ਗ੍ਰੰਥ ਦਾ ਨਾਂ ਆਦਿ ਗ੍ਰੰਥ ਸੀ। ਅਤੇ ਇਹਦੇ ਵਿੱਚ ਵੱਖਰੋ ਵੱਖਰੇ ਭਗਤ ਜਿਹੜੇ ਕਿ ਵੱਖਰੋ ਵੱਖਰੇ ਧਰਮਾਂ ਅਤੇ ਵੱਖਰੋ ਵੱਖਰੀਆਂ ਜਾਤਾਂ ਨਾਲ ਸੰਬੰਧਿਤ ਸੀਗੇ,
ਸੋ ਇਹ ਅਮਲ ਦੇਣ ਦੇ ਲਈ ਇਹ ਪੈਗਾਮ ਦੇਣ ਦੇ ਲਈ ਬਈ ਮਾਨਸ ਕੀ ਜਾਤ ਸਭ ਇੱਕ ਹੈ ਪਹਿਚਾਨ ਬਹੁਤ ਦੁਨੀਆ ਦਾ ਇੱਕੋ ਇੱਕ ਇਹ ਧਾਰਮਿਕ ਗ੍ਰੰਥ ਹੈ। ਸੋ ਬੱਚਿਆਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਕਿ ਜੋ ਨਗਰ ਕੀਰਤਨ ਹੋਏ ਬੱਚੇ ਪੁੱਛਣ ਵੀ ਅਸੀਂ ਇਹ ਕਿਉਂ ਕਰਦੇ ਹਾਂ। ਅਤੇ ਦੂਸਰੀ ਗੱਲ ਦੁਨੀਆ ਦਾ ਇੱਕੋ ਇੱਕ ਇਹ ਧਾਰਮਿਕ ਗ੍ਰੰਥ ਹੈ ਜਿਹਦੇ ਵਿੱਚ ਸਾਡੇ ਪੈਗੰਬਰਾਂ ਨੇ ਆਪ ਇਹਨੂੰ ਲਿਖਿਆ। ਬਾਕੀ ਧਾਰਮਿਕ ਗ੍ਰੰਥ ਜਿਹੜੇ ਉਹ ਦੁਨਿਆਵੀ ਜਿਹੜੇ ਨੇ ਉਹ ਉਹਨਾਂ ਦੇ ਪੈਗੰਬਰਾਂ ਦੇ ਇੱਥੋਂ ਜੀਵਨ ਯਾਤਰਾ ਪੂਰੀ ਕਰਨ ਤੋਂ ਬਾਅਦ ਲਿਖਾਰੀਆਂ ਵੱਲੋਂ ਲਿਖੇ ਗਏ ਸੀ। ਸੋ ਇਹ ਵਿਸ਼ੇਸ਼ਤਾ ਸੀਗੀ। ਅਤੇ ਦੂਸਰਾ ਉਸ ਸਮੇਂ 'ਤੇ ਪੰਚਮ ਪਾਤਸ਼ਾਹ ਨੇ ਇਸ ਨੂੰ ਜਿਹੜਾ ਭਾਈ ਗੁਰਦਾਸ ਜੀ ਦੀ ਲਿਖਣ ਦੀ ਜ਼ਿੰਮੇਵਾਰੀ ਲਾਈ ਅਤੇ ਉਸ ਸਮੇਂ ਦਾ ਨਾਮ ਆਦਿ ਗ੍ਰੰਥ ਸੀਗਾ, ਜਿਹਨੂੰ ਬਾਅਦ ਦੇ ਵਿੱਚ 1706 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਜੋ 31ਵਾਂ ਰਾਗ ਜਾਇਜਾਵੰਤੀ ਦਰਜ ਕਰਕੇ ਇਸ ਨੂੰ ਸੰਪੂਰਨ ਕੀਤਾ ਅਤੇ ਹੁਣ ਇਸ ਦੇ ਵਿੱਚ 6 ਗੁਰੂ ਸਾਹਿਬਾਨ ਅਤੇ ਬਾਕੀ ਸਾਰੇ ਭਗਤ ਜਾਂ ਸਿੱਖਾਂ ਦੀ ਬਾਣੀ ਦਰਜ ਹੋ ਚੁੱਕੀ ਸੀ। ਅਤੇ 1708 ਦੇ ਵਿੱਚ ਸਾਨੂੰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਇਹ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਾਣ ਲੱਗੇ ਜਦੋਂ ਉਹਨਾਂ ਦੀ ਜੀਵਨ ਯਾਤਰਾ ਪੂਰੀ ਹੋਈ ਤਾਂ ਸਾਨੂੰ ਸਾਰਿਆਂ ਨੂੰ ਹੁਕਮ ਕਰਕੇ ਗਏ ਨੇ। ਸੋ ਸਾਡਾ ਵੀ ਇਹ ਫਰਜ਼ ਬਣਦਾ ਕਿ ਅਸੀਂ ਉਸ ਨੂੰ ਹੁਕਮ ਨੂੰ ਮੰਨੀਏ ਅਤੇ ਗੁਰਬਾਣੀ ਦੇ ਅਨੁਸਾਰ ਆਪਣਾ ਜੀਵਨ ਜੀਏ। ਮਤਲਬ ਬੱਚਿਆਂ 'ਚ ਅਸੀਂ ਇਹ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜੋ ਗੁਰਬਾਣੀ ਸਾਨੂੰ ਕਹਿ ਰਹੀ ਹੈ ਅਸੀਂ ਵੀ ਆਪਣਾ ਜੀਵਨ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਆਲੇ ਦੁਆਲੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਉਸ ਤਰ੍ਹਾਂ ਦਾ ਜਿਉਣ ਦੀ ਕੋਸ਼ਿਸ਼ ਕਰੀਏ। ਇਹੀ ਸਾਡਾ ਮਕਸਦ ਹੈ ਖਾਲਸਾ ਕਮਿਊਨਿਟੀ ਸਕੂਲ ਵੱਲੋਂ ਬੱਚਿਆਂ ਦੇ ਵਿੱਚ ਇਸ ਤਰ੍ਹਾਂ ਦੇ ਨਗਰ ਕੀਰਤਨ ਤੋਂ ਯੋਜਿਤ ਕਰਕੇ ਇਹ ਵੈਲਿਊਜ਼ ਇਹ ਗੁਣ ਲਿਆਉਣ ਦੀ। ਸੋ ਇਹਦੇ ਨਾਲ ਹੀ ਸਾਡਾ ਇਹੀ ਮਕਸਦ ਹੈ। 1995 ਤੋਂ ਚੱਲ ਰਹੇ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਦਾ 26ਵਾਂ ਸੈਸ਼ਨ 7 ਸਤੰਬਰ ਨੂੰ ਉਤਸ਼ਾਹਪੂਰਵਕ ਸ਼ੁਰੂ ਹੋਇਆ। ਵਿਦਿਆਰਥੀਆਂ ਨੇ ਆਪ ਕੀਰਤਨ, ਅਰਦਾਸ ਅਤੇ ਹੁਕਮਨਾਮਾ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਨਵੇਂ ਸੈਸ਼ਨ ਦੀ ਸ਼ੁਰੂਆਤ ਕੀਤੀ। ਅੱਜ ਅਸੀਂ ਨਗਰ ਕੀਰਤਨ ਮਨਾ ਰਹੇ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਸੀ ਬਾਬਾ ਬੁੱਢਾ ਜੀ। ਗੁਰੂ ਗ੍ਰੰਥ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਨੇ ਕੰਪਾਇਲ ਕੀਤਾ ਸੀ। ਛੇ ਗੁਰੂਆਂ ਦੇ ਬਾਣੀ ਅਤੇ ਭਗਤਾਂ ਦੇ 15 ਬਾਣੀ, ਪਟ ਦੇ 11 ਬਾਣੀ ਅਤੇ ਗੁਰਸਿੱਖ ਦੇ 4 ਬਾਣੀ ਨਾਲ ਲਿਖੇ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਗੁਰੂ ਗ੍ਰੰਥ ਸਾਹਿਬ ਜੀ 1604 ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਕੰਪਾਇਲ ਕੀਤਾ ਗਿਆ ਸੀ। ਅਸੀਂ ਅੱਜ ਐਕਸਟੈਂਡਡ ਅਸੈਂਬਲੀ ਮਨਾਇਆ ਹੈ ਗੁਰੂਆਂ ਦੇ ਬਾਣੀ ਸੁਣਨ ਦੇ ਲਈ ਅਤੇ ਬਾਹਰ ਅਸੀਂ ਨਗਰ ਕੀਰਤਨ ਵਿੱਚ ਮਾਰਚ ਕੀਤਾ ਸੀ। ਅੱਜ ਸਾਡੇ ਸਕੂਲ ਦੇ ਵਿੱਚ ਅਸੀਂ ਨਗਰ ਕੀਰਤਨ ਕੀਤਾ ਹੈ ਅਤੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਯਾਦ ਕੀਤਾ ਹੈ। ਅਸੀਂ ਸਕੂਲ ਦੇ ਵਿੱਚ ਬਹੁਤ ਸੈਲੀਬ੍ਰੇਸ਼ਨ ਕਰਦੇ ਹਾਂ ਗੁਰੂ ਜੀਆਂ ਦੇ। ਅਸੀਂ ਗੁਰਸਿੱਖ ਮੰਥ ਵੀ ਸੈਲੀਬ੍ਰੇਟ ਕਰਦੇ ਹਾਂ। ਨਾਲੇ ਅਸੀਂ ਸਾਰੇ ਗੁਰੂਆਂ ਦੇ ਪ੍ਰਕਾਸ਼ ਦਿਵਸ ਵੀ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਕੂਲ ਖਾਲਸਾ ਕਮਿਊਨਿਟੀ ਸਕੂਲ ਦੇ ਬਹੁਤ ਸਾਰੀਆਂ ਸੈਲੀਬ੍ਰੇਸ਼ਨ ਮਨਾਉਂਦੇ ਹੁੰਦੇ ਹਾਂ, ਜਿਵੇਂ ਕਿ ਗੁਰਪੁਰਬ 'ਤੇ ਅਸੀਂ ਗੁਰੂਆਂ ਨੂੰ ਯਾਦ ਕਰਦੇ ਹੁੰਦੇ ਹਾਂ ਜਦੋਂ ਗੁਰੂਆਂ ਦਾ ਸ਼ਹੀਦੀ ਦਿਵਸ ਹੁੰਦਾ। ਅਸੀਂ ਹੋਰ ਸਾਰੀਆਂ ਵੀ ਸੈਲੀਬ੍ਰੇਸ਼ਨ ਬਹੁਤ ਕਰਦੇ ਹੁੰਦੇ ਹਾਂ। ਐਵਰੀ ਡੇ ਅਸੀਂ ਨਗਰ ਕੀਰਤਨ ਕਰਦੇ ਹੁੰਦੇ ਹਾਂ, ਕੀਰਤਨ ਦਰਬਾਰ ਵੀ ਮਨਾਉਂਦੇ ਹੁੰਦੇ ਹਾਂ। ਅਸੀਂ ਹੁਕਮਨਾਮਾ ਲੈਂਦੇ ਹੁੰਦੇ ਹਾਂ ਅਤੇ ਅਰਦਾਸ ਕਰਦੇ ਹੁੰਦੇ ਹਾਂ। ਸਾਰੀਆਂ ਚੀਜ਼ਾਂ ਸਟੂਡੈਂਟ ਕਰਦੇ ਹਾਂ। ਅਸੀਂ ਸਪੈਸ਼ਲ ਡੇਆਂ 'ਤੇ ਲੰਗਰ ਵੀ ਬਣਦੇ ਆ ਅਤੇ ਪ੍ਰਸ਼ਾਦ ਵੀ ਬਣਦੇ ਆ। ਅਸੀਂ ਖਾਲਸਾ ਕਮਿਊਨਿਟੀ ਸਕੂਲ ਦੇ ਵਿੱਚ ਗੁਰਬਾਣੀ ਨੂੰ ਪੜ੍ਹਨ ਇਨਕਰੇਜ ਹੁੰਦੇ ਹਾਂ ਅਤੇ ਅਸੀਂ ਨੂੰ ਟਾਟ ਕੀਤਾ ਜਾਂਦਾ ਗੁਰਬਾਣੀ ਨਾਲ ਜੁੜਨਾ ਅਤੇ ਗੁੱਡ ਪਰਸਨ ਬਣਨਾ। ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਵਿਦਿਆਰਥੀਆਂ ਨੂੰ ਓਨਟਾਰੀਓ ਦੇ ਵਿਦਿਅਕ ਕਰਿਕੂਲਮ ਦੇ ਨਾਲ ਪੰਜਾਬੀ, ਗੁਰਮਤ ਅਤੇ ਕੀਰਤਨ ਦੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਸਾਰਾ ਸਾਲ ਵੱਖ-ਵੱਖ ਕਿਸਮ ਦੇ ਫੀਲਡ ਟ੍ਰਿਪਸ, ਐਕਸਟਰਾ ਕਰਿਕੂਲਰ, ਡਰਾਮਾ, ਮਿਊਜ਼ਿਕ, ਪਬਲਿਕ ਸਪੀਕਿੰਗ, ਟੈਲੈਂਟ ਸ਼ੋਅ, ਸਕੇਟਿੰਗ, ਸਕੀਇੰਗ ਅਤੇ ਜਿਮਨਾਸਟਿਕ ਦੇ ਪ੍ਰੋਗਰਾਮ ਉਲੀਕੇ ਜਾਂਦੇ ਹਨ। ਸਾਰੇ ਵਿਦਿਅਕ ਪ੍ਰੋਗਰਾਮ ਟੈਕਨੋਲੋਜੀ ਉੱਤੇ ਆਧਾਰਿਤ ਹਨ। ਸਰੀ ਦੇ ਸੇਵਾ ਥ੍ਰਿਫਟ ਸਟੋਰ ਦੀ 5ਵੀਂ ਐਨੀਵਰਸਰੀ ਮੌਕੇ ਉਹਨਾਂ ਵੱਲੋਂ ਆਪਸ਼ਨਸ ਕਮਿਊਨਿਟੀ ਸਰਵਿਸਿਜ਼ ਨੂੰ $15,000 ਦੀ ਡੋਨੇਸ਼ਨ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸੇਵਾ ਥ੍ਰਿਫਟ ਸਟੋਰ ਦੀ ਸ਼ੁਰੂਆਤ 5 ਸਾਲ ਪਹਿਲਾਂ ਹੋਈ ਸੀ ਅਤੇ 2016 ਤੋਂ ਹੁਣ ਤੱਕ ਸਰੀ ਹਸਪੀਟਲ ਫਾਊਂਡੇਸ਼ਨ ਨੂੰ $60,000 ਡੋਨੇਟ ਵੀ ਕੀਤੇ ਜਾ ਚੁੱਕੇ ਹਨ। ਪੇਸ਼ ਹੈ ਇੱਕ ਖਾਸ ਰਿਪੋਰਟ। ਸੇਵਾ ਨਾ ਲੈਂਦੇ ਹੀ ਮਨ ਦੇ ਵਿੱਚ ਸ਼ਾਂਤੀ ਮਿਲਦੀ ਹੈ, ਇੱਕ ਸਕੂਨ ਮਿਲਦਾ। ਮੇਰੇ ਖਿਆਲ ਇਸੇ ਹੀ ਸਕੂਨ ਦੇ ਲਈ ਹੀ ਰਾਜ ਨੇਜਾ ਹੋਣਾ ਵੱਲੋਂ ਆਪਣੀ ਟੀਮ ਦੇ ਨਾਲ ਇੱਕ ਸੁਸਾਇਟੀ ਸ਼ੁਰੂ ਕੀਤੀ ਗਈ ਆ
ਕੀ ਉਹ ਕਾਰਨ ਹਨ, ਕਦੋਂ ਇਹ ਸੁਸਾਇਟੀ ਸ਼ੁਰੂ ਕੀਤੀ ਗਈ, ਗੱਲਬਾਤ ਕਰਦੇ ਹਾਂ ਰਾਜ ਅਨੇਜਾ ਉਹਨਾਂ ਦੇ ਨਾਲ। ਅਸੀਂ ਹੁਣ ਸਾਨੂੰ ਹੋ ਗਏ 5 ਸਾਲ, ਦਿਸ ਇਜ਼ ਅ 5th ਐਨੀਵਰਸਰੀ ਐਂਡ ਅਸੀਂ ਸ਼ੁਰੂ ਕੀਤੀ ਬਿਕਾਜ਼ ਆਪਣੇ ਕਮਿਊਨਿਟੀ ਵਾਸਤੇ ਕੋਈ ਆਊਟਲੈਟ ਹੋ ਗਈ ਇੰਡੀਅਨ ਸੂਟਸ ਦੇਣ ਵਾਸਤੇ। ਅਸੀਂ ਇਸ ਤੌਰ 'ਤੇ ਸ਼ੁਰੂ ਕੀਤਾ ਸੀ, ਹੁਣ ਇੰਨਾ ਵੱਡਾ ਹੋ ਗਿਆ ਸਾਡਾ ਸਟੋਰ ਐਂਡ ਇਟਸ ਬਿਕਮ ਵੈਰੀ ਸਕਸੈਸਫੁਲ। ਸੋ ਇਹਦੇ ਤੋਂ ਤੁਸੀਂ ਮਤਲਬ ਇਹ ਸਭ ਕੁਝ ਫ੍ਰੀ ਮਿਲਦਾ ਅੰਦਰ ਜਾਂ ਕਿੱਦਾਂ ਹੁੰਦਾ? ਨਹੀਂ, ਸਮਾਨ ਤਾਂ ਡੋਨੇਸ਼ਨਸ ਆਪਣੀ ਕਮਿਊਨਿਟੀ ਦਿੰਦੇ ਹੈਗੇ ਆ, ਫਿਰ ਅਸੀਂ ਉਹਨੂੰ ਉਸ ਚੀਜ਼ਾਂ ਨੂੰ ਪ੍ਰਾਈਸ ਕਰਕੇ ਫਿਰ ਅਸੀਂ ਆਪਣੇ ਜਿੱਦਾਂ ਰੀਟੇਲ ਫਲੋਰ 'ਤੇ ਰੱਖ ਦਿੰਦੇ ਅਤੇ ਆਪਣੇ ਕਸਟਮਰਸ ਆਉਂਦੇ ਆ ਲਾਈਕ ਨਿਊ ਰੈਫਿਊਜੀਜ਼, ਨਿਊ ਇਮੀਗ੍ਰੈਂਟਸ ਐਂਡ ਆਲਸੋ ਗੋਰੇ ਬਹੁਤ ਆਉਂਦੇ ਆ ਆਪਣੇ ਇੰਡੀਅਨ ਸੂਟਸ ਲੈਣ ਵਾਸਤੇ, ਜਿੱਦਾਂ ਆਪਣੇ ਵਿਆਹ ਸ਼ਾਦੀ ਵਾਸਤੇ ਪਾਉਣ ਨੂੰ। ਸੋ ਮੈਂ ਕਹਿ ਸਕਦਾ ਕਿ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਹਾਂਜੀ, ਵੀ ਆਰ ਨਾਨ ਪ੍ਰੋਫਿਟ। ਅਸੀਂ ਚੈਰਿਟੀ ਸਟੇਟਸ ਵਾਸਤੇ ਅਪਲਾਈ ਕੀਤਾ ਹੋਇਆ, ਸੋ ਹੋਪਫੁਲੀ ਬਾਏ ਦੀ ਐਂਡ ਆਫ ਦ ਈਅਰ ਸਾਡੀ ਚੈਰਿਟੀ ਸਟੇਟਸ ਹੋ ਜਾਏਗੀ। ਰਾਜੀ 5 ਸਾਲ ਨਿਕਲ ਗਏ, ਤੁਸੀਂ ਕਿਹਾ ਇਹਨਾਂ 5 ਸਾਲਾਂ ਦੇ ਵਿੱਚ ਜੇ ਤੁਸੀਂ, ਮੈਨੂੰ ਹੋ ਸਕਦਾ ਤੁਹਾਡੇ ਦਿਮਾਗ 'ਚ ਨਾ ਵੀ ਹੋਵੇ ਕਿੱਥੇ ਕਿੱਥੇ ਮਨੀ ਦਿੱਤੀ ਹੈ, ਪਰ ਥੋੜ੍ਹਾ ਜਿਹਾ ਆਈਡੀਆ ਦੱਸ ਸਕਦੇ ਹੋ ਕਿੱਥੇ ਕਿੱਥੇ ਡੋਨੇਟ ਕੀਤਾ? ਹਾਂਜੀ, ਹੁਣ ਸਾਨੂੰ ਹੋ ਗਏ 5 years $75,000 ਅਸੀਂ ਦੇ ਚੁੱਕੇ। First year 10,000 to Surrey Memorial, second year 20, third year 30. So 60,000 ਅਸੀਂ 3 ਸਾਲਾਂ ਦੇ ਵਿੱਚ ਦੇ ਦਿੱਤੇ ਸੀਗੇ, ਪਰ ਲਾਸਟ ਈਅਰ ਸਾਡੇ ਕੋਲ ਦੇ ਨਹੀਂ ਹੋਇਆ ਬਿਕਾਜ਼ ਆਫ ਦਾ ਪੈਂਡੈਮਿਕ। ਸੋ ਅਸੀਂ ਹੁਣ ਜਿੱਦਾਂ ਸਾਡੀ ਸੇਲਸ ਵੀ ਬਹੁਤ ਲੋ ਸੀਗੇ, ਸੋ ਐਟਲੀਸਟ ਅਸੀਂ 15,000 ਦੇ ਦਿੱਤੇ ਫॉर ਕਮਿਊਨਿਟੀ ਹਾਊਸਿੰਗ ਪ੍ਰੋਜੈਕਟ ਆਪਸ਼ਨਸ ਵਾਸਤੇ। ਸੋ ਹੁਣ ਤੁਹਾਡਾ ਇਸ ਸਾਲ ਦਾ ਟਾਰਗੇਟ ਕੀ ਹੈਗਾ? ਅਤੇ ਅੱਜ ਮੈਂ ਦੇਖ ਰਿਹਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਆਏ ਹੋਏ ਨੇ, ਤੁਹਾਡੀ ਸਪੋਰਟ ਲਈ ਆਏ ਹੋਏ, ਤੁਹਾਡੀ ਟੀਮ ਵੀ ਬਹੁਤ ਵੱਡੀ ਹੈਗੀ ਆ। ਇਸ ਸਾਲ ਕੀ ਇਨੀਸ਼ੀਏਟਿਵ ਲਿਆ ਹੋਇਆ? ਸਾਨੂੰ ਪਤਾ ਨਹੀਂ ਬਿਕਾਜ਼ ਪੈਂਡੈਮਿਕ ਦਾ ਨਹੀਂ ਪਤਾ ਲੱਗ ਰਿਹਾ। ਜੇ ਆਪਣੇ ਵਿਆਹ ਸ਼ਾਦੀ ਖੁੱਲ੍ਹ ਗਏ, ਉਹ ਸਾਡੀ ਮੋਸਟ ਇਨਕਮ ਉੱਥੋਂ ਆਉਂਦੀ ਆ ਸੂਟ ਸੇਲਸ ਦੀ। ਜੇ ਸਾਰਾ ਕੁਝ ਖੁੱਲ੍ਹ ਗਿਆ ਫਿਰ ਹੋਪਫੁਲੀ ਮੇਬੀ ਨੈਕਸਟ ਈਅਰ ਵੀ ਕੈਨ ਡੂ 30,000 ਵੀ ਹੋਪ। ਸੋ ਇਸ ਸਾਲ ਕਿੰਨਾ ਹੈਗਾ? 15,000। ਸੋ $15,000 ਅਗਰ ਕਿਸੇ ਨੇ ਤੁਹਾਨੂੰ ਹੈਲਪ ਕਰਨੀ ਹੋਵੇ ਤੁਹਾਡੀ ਸੁਸਾਇਟੀ ਨੂੰ, ਉਹ ਕਿੱਥੇ ਰੀਚ ਕਰ ਸਕਦਾ ਅਤੇ ਕੋਈ ਵੈਬਸਾਈਟ ਜਾਂ ਫੋਨ ਨੰਬਰ ਜਾਂ ਤੁਹਾਡੇ ਸਟੋਰ 'ਤੇ ਆ ਕੇ ਡੋਨੇਟ ਕਰ ਸਕਦਾ? ਸਟੋਰ 'ਤੇ ਆ ਕੇ ਡੋਨੇਸ਼ਨ ਦੇ ਸਕਦੇ ਹੈਗੇ ਐਂਡ ਆਲਸੋ ਸੇਵਾ ਹੈਲਪਿੰਗ ਐਜ਼ ਅ ਵੋਲੰਟੀਅਰ, that's a big seva. ਸਾਨੂੰ volunteers ਦੀ ਲੋੜ ਹੈਗੀ ਆ, so you know there's too many ways that you can help our store. ਰਾਜੀ, ਆਖਰ ਦੇ ਵਿੱਚ ਤੁਸੀਂ ਕੋਈ ਫੋਨ ਨੰਬਰ ਜਾਂ ਆਪਣੀ ਵੈਬਸਾਈਟ ਦੱਸ ਸਕਦੇ ਹੋ ਜਿੱਥੇ ਤੁਹਾਨੂੰ ਕੋਈ ਕੰਟੈਕਟ ਕਰ ਸਕੇ? Actually the website is sevathrift.com ਐਂਡ ਫੋਨ ਨੰਬਰ ਤੁਸੀਂ ਦੇਖ ਸਕਦੇ ਆ, ਸਾਡੇ ਕੋਲ ਫੇਸਬੁੱਕ ਪੇਜ ਵੀ ਹੈਗਾ, ਵੈਬਸਾਈਟ ਵੀ ਹੈਗੀ ਆ, ਸੋ ਇਫ ਯੂ ਲੁੱਕ ਦੇਅਰ ਸਾਰਾ ਕੁਝ ਉੱਥੋਂ ਇਨਫੋਰਮੇਸ਼ਨ ਮਿਲ ਜਾਣੀ। ਆਖਿਰ ਦੇ ਵਿੱਚ ਤੁਸੀਂ ਚੈਨਲ ਨੂੰ ਦੇਖ ਰਹੇ, ਕੀ ਕਹਿਣਾ ਚਾਹੋਗੇ ਟੀਵੀ ਨੂੰ ਦੇਖ ਰਹੇ? ਥੈਂਕ ਯੂ ਟੂ ਦ ਕਮਿਊਨਿਟੀ, ਥੈਂਕ ਯੂ ਫॉर ਆਲ ਦ ਡੋਨੇਸ਼ਨਸ। ਸਾਨੂੰ ਸਾਡੀ ਸਕਸੈਸ ਆਪਣੀ ਕਮਿਊਨਿਟੀ ਦੀ ਹੈਗੀ ਆ। ਯਾ ਇਹ ਸਨ ਰਾਜ ਅਨੇਜਾ, 9430 ਸਕਾਟ ਰੋਡ, ਸਰੀ ਵਾਲੇ ਪਾਸੇ ਸੇਵਾ ਥ੍ਰਿਫਟ ਸਟੋਰ ਤੁਸੀਂ ਦੇਖ ਸਕਦੇ ਹੋ। ਉੱਥੇ ਆ ਕੇ ਤੁਸੀਂ ਖੁਦ ਆ ਕੇ ਡੋਨੇਟ ਕਰ ਸਕਦੇ ਹੋ, ਨਹੀਂ ਤਾਂ ਜੋ ਇਹਨਾਂ ਨੇ ਵੈਬਸਾਈਟ ਦੱਸੀ ਆ, ਫੇਸਬੁੱਕ ਪੇਜ ਦੱਸਿਆ, ਉੱਥੇ ਵੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਸੋ ਇਹ ਸੀ NRI ਵਰਲਡ ਦਾ ਅੱਜ ਦਾ ਐਪੀਸੋਡ। ਜੇ ਤੁਹਾਡਾ ਕੋਈ ਸਵਾਲ ਹੈ ਜਾਂ ਫਿਰ ਆਪਣਾ ਕੋਈ ਵਿਚਾਰ ਤੁਸੀਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤੇ ਸਾਨੂੰ ਜ਼ਰੂਰ ਲਿਖ ਕੇ ਭੇਜੋ feedback@pdcnetwork.com ਤੇ। ਫਿਲਹਾਲ ਮੈਨੂੰ ਦਿਓ ਇਜਾਜ਼ਤ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਤੁਸੀਂ ਬਣੇ ਰਹੋ PDC ਨਿਊਜ਼ ਦੇ ਨਾਲ।